ਦਿਨਾਂ ਦੇ ਵਿੱਚ 2 ਵਾਰ ਬਾਬਾ डॉक्टर भीमराव अंबेडकर की मूर्ति के नाल जिहड़ी है बेअदबी की गई। किसी शरारती तत्व वालों इस मूर्ति को 2 बार खंडित किया गया। साडा उरे आने का मकसद ये सीगा कि उरे अज एक बोर्ड लाया गया जनतक अपील। तुहानूं पता कि इलैक्शन कोड लग चुके तो चुनावों का भी ऐलान जिहड़ा है पंजाब दे विच हो चुकिया तो राजपुरा शहर दे विच भी इस टाइम राजनीतिक सरगर्मियां जिहड़ियां है काफ़ी तेज हुई भी है। पंद्रह 8/2019 नूं पहली बेअदबी जिहड़ी उस शरारती व्यक्ति वालों की गई सी। बाबा भीमराव अंबेडकर का जिहड़ा चेहरा सीगा किसी पत्थर नाल या किसी वड्डी चीज़ के नाल जिहड़ा तोड़िया गया सी। दूसरी बेअदबी जिहड़ी है 27/2/2021 नूं जिहड़ी कीती गई सी कि बाबा भीमराव अंबेडकर की जिहड़ी है उंगली कट के जिहड़ी है बेअदबी जिहड़ी कीती गई सी। उस मूर्ति नूं उच्चा करके लवा दिता गया ताकि कोई भी शरारती व्यक्ति मूर्ति तक ना पहुँच सके तो कोई भी बेअदबी इस चौंक ते ना हो सके। लेकिन मुद्दा अज भी वही है, इहदे दोषियों कद फड़िया जाएगा। ये जिहड़े जय भीम मंच वालों 51,000 का इनाम जिहड़ा है अज रखा गया। जो भी 2 बारी जिहड़ी बेअदबी बाबा भीमराव अंबेडकर मूर्ति नाल होई है, जिहड़ा भी व्यक्ति इहदे दोषियों फड़ के लैगा उन्होंने इस मंच वालों जिहड़ा है 51,000 रुपये का इनाम दिता जाएगा। की लगता है कि ये जिहड़ी बेअदबी हुई है इस कोई राजनीतिक बंदा भी निकल के सामने आ सकता है आने वाले दिनों के विच? ਇਹਦੇ ਵਿੱਚ ਸਿਰਫ ਤੇ ਸਿਰਫ ਰਾਜਨੀਤਿਕ ਬੰਦੇ ਹੀ ਲਿਪਤ ਹੈ। ਜਿਹੜਾ ਅਸੀਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ, ਜਿਹੜਾ ਹੁਣ ਇਹ ਚਿਲਡਰਨ ਪਾਰਕ ਬਣਾਤਾ ਜਿਸ ਦਾ ਪੂਰਾ ਹੀ ਏਜੰਡਾ ਸ਼ੁਰੂ ਤੋਂ ਬਾਅਦ ਤੋਂ 2.5 ਸਾਲ ਪਹਿਲਾਂ ਤੋਂ ਇਹ ਜਗ੍ਹਾ ਦੱਬਣ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਸੀਗਾ, ਉਹਦੇ ਵਿੱਚ ਫੁਹਾਰਾ ਬਣਾਉਣ ਦਾ ਪ੍ਰੋਸੈਸ ਆਇਆ। ਉਹਦੇ ਵਿੱਚ ਸਾਨੂੰ ਈਓ ਸਾਹਿਬ ਨੇ ਆ ਕੇ ਕਿਹਾ ਕਿ ਤੁਸੀਂ ਇੱਥੋਂ ਜਦ ਪਹਿਲੀ ਵਾਰ ਬੇਅਦਬੀ ਹੋਈ ਹੈ ਕਿ ਤੁਸੀਂ ਜਗ੍ਹਾ ਬਦਲ ਲਓ ਤੇ ਅਸੀਂ ਕਮੇਟੀ ਵੱਲੋਂ ਤੁਹਾਨੂੰ 15-16 ਲੱਖ ਰੁਪਏ ਦੇ ਦਿੰਦੇ, ਅੱਗੇ ਕਰ ਲਓ। ਇਹਦੇ ਵਿੱਚ ਸਾਫ਼ ਤੇ ਸਾਫ਼ ਰਾਜਨੀਤਿਕ ਬੰਦੇ ਇਨਵੋਲਵ ਹੈ ਇਸ ਵਿੱਚ। देखो पार्टी कोई लीडर अपने पटा दे आप ही हत्थ मारी जाए, मैं ये कर दांगा मैं वो कर दांगा, ये कहण दी गल्लां है। बाकी तो तुहानूं पता है, अगर मैं बड़ी सच्चाई च बोलां तो लुੱਟ दे ठेके हैं। पहले कोई लुੱਟ गया, हुण नवां आ जाएगा ठेकेदार। पब्लिक दे पल्ले अज तक कुछ नहीं पिया, पब्लिक नूं तां मुद्दे ही मिले हैं। हुण आ देख लो खड़े हैं, दसो की करिए, तुसीं भी सलाह दिओ की करिए। 51,000 रुपये इनाम रखना पै रिहा, की इन्हां दा ड्यूटी नहीं बनदी एडमिनिस्ट्रेशन दी? ਚੱਕ ਕੇ ਬੰਦੇ ਨੂੰ ਜੇ ਚਾਹਣ ਨਾ 10 ਮਿੰਟਾਂ ਦੇ ਵਿੱਚ ਬੰਦਾ ਹਾਜ਼ਰ ਹੋ ਜਾਏ ਖਿੱਚ ਕੇ ਧੂ ਕੇ। ਪ੍ਰਨੀਤ ਕੌਰ ਦੇ ਅਕਾਊਂਟ 'ਚੋਂ ਪੈਸੇ ਨਿਕਲੇ ਸੀ ਮਹਾਰਾਣੀ ਸਾਹਿਬ ਦੇ, ਔਰ ਵਿਦਿਨ ਆਵਰਸ ਉਹ ਬੰਦਾ ਵੀ ਟਰੇਸ ਹੋ ਗਿਆ ਸੀ ਔਰ ਬੰਦੇ ਦੇ ਪੈਸੇ ਵੀ ਮਿਲ ਗਏ ਸੀ। ਪੁਲਿਸ ਚਾਹੇ ਕੀ ਨਹੀਂ ਕਰ ਸਕਦੀ, ਤੁਸੀਂ ਦੱਸੋ? ਅੱਜ ਸਾਨੂੰ ਮਜਬੂਰਨ ਸਾਡੇ ਜੈ ਭੀਮ ਮੰਚ ਵੱਲੋਂ 51,000 ਦਾ ਨਾਮ ਰੱਖ ਕੇ ਦੋਸ਼ੀਆਂ ਦੀ ਭਾਲ ਕਰਨੀ ਪੈ ਰਹੀ ਹੈ। ਜੇ ਚਾਹਵੇ ਪ੍ਰਸ਼ਾਸਨ ਤਾਂ ਸਭ ਕੁਝ ਕਰ ਸਕਦਾ ਹੈ। ਜਿਵੇਂ ਮੇਰੇ ਵੀਰ ਜੀ ਨੇ ਉਦਾਹਰਨ ਦਿੱਤੀ, ਮਹਾਰਾਣੀ ਪ੍ਰਨੀਤ ਕੌਰ ਦੇ ਪੈਸੇ ਕੁਝ ਘੰਟਿਆਂ 'ਚ ਦੋਸ਼ੀ ਫੜੇ ਜਾਂਦੇ ਹਨ, ਪਰ ਪਿਛਲੇ 2 ਸਾਲਾਂ ਤੋਂ ਤਕਰੀਬਨ ਸਮਾਂ ਬੀਤ ਚੱਲਿਆ ਪਰ ਅੱਜ ਤੱਕ ਦੋਸ਼ੀਆਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। बड़ी शर्म महसूस हो रही है कि ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਜੀ ਸੀ, ਜੇ ਅੱਜ ਉਹਨਾਂ ਨੂੰ ਇਨਸਾਫ ਨਹੀਂ ਮਿਲ ਪਾ ਰਿਹਾ ਤਾਂ ਆਪਾਂ ਕੀ ਸੋਚਦੇ ਹਾਂ? ਜਿਹੜੀ ਆਮ ਜਨਤਾ ਦੇ ਨਾਲ ਰੋਜ਼ ਚੋਰੀ ਠੱਗੀ, ਰੋਜ਼ ਚੈਨੀਆਂ ਖੋਈਆਂ ਜਾ ਰਹੀਆਂ, ਜੋ ਐਕਟਿਵਾ ਚੋਰੀ, ਮੋਟਰਸਾਈਕਲ ਚੋਰੀ, ਜੀਪਾਂ ਚੋਰੀ, ਹੋਰ ਕ੍ਰਾਈਮ ਹੋ ਰਹੇ ਆ, ਉਹਨਾਂ ਨੂੰ ਗਰੀਬਾਂ ਨੂੰ ਤਾਂ ਕੋਈ ਉਹਨਾਂ ਦੀ ਤਾਂ ਕੋਈ ਕੰਪਲੇਂਟ ਹੀ ਨਹੀਂ ਲਿਖਦਾ। ज़्यादा तो ज़्यादा इस चीज़ ਨੂੰ ਵਾਇਰਲ ਕਰੋ ਕਿ ਜਿੰਨਾ ਜੇ ਜ਼ਿਆਦਾ ਫੈਲੇਗਾ, ਜਿੰਨੇ ਲੋਕਾਂ ਦੀ ਨਿਗਾਹ 'ਚ ਪਏਗੀ, ਉਨੇ ਹੀ ਚਾਂਸ ਵੱਧ ਹੁੰਦੇ ਆ ਕਿ ਸਾਨੂੰ ਦੋਸ਼ੀ ਫੜਿਆ ਜਾਏ। ਤੇ ਜੇ ਉਹ ਬਾਬਾ ਸਾਹਿਬ ਨੂੰ ਪਿਆਰ ਕਰਦਾ ਉਹ ਇਸ ਖਬਰ ਨੂੰ ਤੇ ਇਸ ਜਿਹੜੀ ਗੱਲ ਹੈ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। संदीप चौधरी मैं तुहाडा स्वागत करदा न्यूज़ 18 पंजाब दे विच। असीं राजपुरा दे डॉक्टर भीमराव अंबेडकर चौंक ते खड़े हैं, जिथे फुआरा चौंक भी जिसनूं कहा जाता। तुसीं देख सकते हो कि वधिया फुआरा जिहड़ा बनिया हुआ, और किन्नी चहल पहल है, और
ਉਰੇ ਇੱਕ ਚਿਲਡਰਨ ਪਾਰਕ ਦਾ ਨਿਰਮਾਣ ਵੀ ਕੀਤਾ ਗਿਆ ਸੀ। ਇੱਕ ਅਹਿਮ ਖਬਰ ਵਾਸਤੇ ਜਿਹੜਾ ਹੈ ਅੱਜ ਉਰੇ ਪਹੁੰਚੇ ਹਾਂ, ਕਿਉਂਕਿ ਬੀਤੇ ਦਿਨਾਂ ਦੇ ਵਿੱਚ 2 ਵਾਰ ਬਾਬਾ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਦੇ ਨਾਲ ਜਿਹੜੀ ਹੈ ਬੇਅਦਬੀ ਕੀਤੀ ਗਈ। ਕਿਸੇ ਸ਼ਰਾਰਤੀ ਤੱਤਵ ਵੱਲੋਂ ਇਸ ਮੂਰਤੀ ਨੂੰ 2 ਵਾਰ ਖੰਡਿਤ ਕੀਤਾ ਗਿਆ, ਲੇਕਿਨ ਉਸ ਤੋਂ ਬਾਅਦ ਇਸ ਮੂਰਤੀ ਨੂੰ ਤਾਂ 2 ਵਾਰ ਲਗਵਾਇਆ ਗਿਆ, ਚੌਂਕ ਤੇ ਵੱਡੇ ਸਮਾਗਮ ਵੀ ਕੀਤੇ ਗਏ, ਲੇਕਿਨ ਬੜੇ ਅਫਸੋਸ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਇਹਦੇ ਦੋਸ਼ੀਆਂ ਨੂੰ ਲੱਭਣ ਵਿੱਚ ਨਾਕਾਮਯਾਬ ਸਾਬਿਤ ਹੋਇਆ। ਤੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਉਰੇ ਖੜੇ ਹਾਂ। ਸਾਡਾ ਉਰੇ ਆਉਣ ਦਾ ਮਕਸਦ ਇਹ ਸੀਗਾ ਕਿ ਉਰੇ ਅੱਜ ਇੱਕ ਬੋਰਡ ਲਾਇਆ ਗਿਆ, ਜਨਤਕ ਅਪੀਲ। ਤੁਹਾਨੂੰ ਪਤਾ ਕਿ ਇਲੈਕਸ਼ਨ ਕੋਡ ਲੱਗ ਚੁੱਕਿਆ ਤੇ ਚੁਣਾਵਾਂ ਦਾ ਵੀ ਐਲਾਨ ਜਿਹੜਾ ਹੈ ਪੰਜਾਬ ਦੇ ਵਿੱਚ ਹੋ ਚੁੱਕਿਆ ਤੇ ਰਾਜਪੁਰਾ ਸ਼ਹਿਰ ਦੇ ਵਿੱਚ ਵੀ ਇਸ ਟਾਈਮ ਰਾਜਨੀਤਿਕ ਸਰਗਰਮੀਆਂ ਜਿਹੜੀਆਂ ਹੈ ਕਾਫੀ ਤੇਜ਼ ਹੋਈ ਵੀ ਹੈ। ਇਹ ਬੋਰਡ ਤੁਹਾਨੂੰ ਦਿਖਾ ਦਾਂ, ਇਹ ਬੋਰਡ ਜਿਹੜਾ ਹੈ ਜੈ ਭੀਮ ਮੰਚ ਵੱਲੋਂ ਲਵਾਇਆ ਗਿਆ ਤੇ 51,000 ਰੁਪਏ ਦਾ ਇਨਾਮ ਜਿਹੜਾ ਰੱਖਿਆ ਗਿਆ। ਤੁਸੀਂ ਦੇਖ ਸਕਦੇ ਹੋ ਕਿ ਉਰੇ 2 ਵਾਰ ਜਿਹੜੀ ਮੂਰਤੀ ਖੰਡਿਤ ਕੀਤੀ ਗਈ। ਇਹ ਉਰੇ ਡੇਟਾ ਵੀ ਲਿਖਿਆ ਹੋਇਆ, ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਣਗੇ। 15/8/2019 ਨੂੰ ਪਹਿਲੀ ਬੇਅਦਬੀ ਜਿਹੜੀ ਉਸ ਸ਼ਰਾਰਤੀ ਵਿਅਕਤੀ ਵੱਲੋਂ ਕੀਤੀ ਗਈ ਸੀ। ਬਾਬਾ ਭੀਮ ਰਾਓ ਅੰਬੇਦਕਰ ਦਾ ਜਿਹੜਾ ਚਿਹਰਾ ਸੀਗਾ ਕਿਸੇ ਪੱਥਰ ਨਾਲ ਜਾਂ ਕਿਸੇ ਵੱਡੀ ਚੀਜ਼ ਦੇ ਨਾਲ ਜਿਹੜਾ ਤੋੜਿਆ ਗਿਆ ਸੀ। ਦੂਸਰੀ ਬੇਅਦਬੀ ਜਿਹੜੀ ਹੈ 27/2/2021 ਨੂੰ ਜਿਹੜੀ ਕੀਤੀ ਗਈ ਸੀ ਕਿ ਬਾਬਾ ਭੀਮ ਰਾਓ ਅੰਬੇਦਕਰ ਦੀ ਜਿਹੜੀ ਹੈ ਉਂਗਲੀ ਕੱਟ ਕੇ ਜਿਹੜੀ ਹੈ ਬੇਅਦਬੀ ਜਿਹੜੀ ਕੀਤੀ ਗਈ ਸੀ। ਉਸ ਤੋਂ ਬਾਅਦ ਮੂਰਤੀਆਂ ਲੱਗਣ ਦਾ ਦੌਰ ਤਾਂ ਜਿਹੜਾ ਹੈ ਲਗਾਤਾਰ ਜਾਰੀ ਸੀ, ਲੇਕਿਨ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਹਦੇ ਦੋਸ਼ੀਆਂ ਨੂੰ ਵੀ ਫੜਿਆ ਜਾਵੇ। ਹਾਲਾਂਕਿ ਮੈਨੂੰ ਪ੍ਰਸ਼ਾਸਨ ਦੀ ਨਾਕਾਮੀ ਤਾਂ ਇਸੀ ਸਾਬਿਤ ਦਿਖਦੀ ਹੈ, ਲੇਕਿਨ ਸਮਾਜ ਵੀ ਜਿਹੜਾ ਹੈ ਕਿਤੇ ਨਾ ਕਿਤੇ ਪ੍ਰਸ਼ਾਸਨ ਅੱਗੇ ਦਬਦਾ ਹੋਇਆ ਨਜ਼ਰ ਆਇਆ। ਇਹ ਉੱਚੀ ਮੂਰਤੀ ਤਾਂ ਲਵਾਈ ਗਈ। ਮੈਂ ਤੁਹਾਨੂੰ ਕਹਾਂਗਾ ਕੈਮਰਾਮੈਨ ਦਿਖਾਣਗੇ ਇੱਕ ਵਾਰੀ, ਮੂਰਤੀ ਨੂੰ ਉੱਚਾ ਕਰਕੇ ਲਵਾ ਦਿੱਤਾ ਗਿਆ ਤਾਂ ਕਿ ਕੋਈ ਵੀ ਸ਼ਰਾਰਤੀ ਵਿਅਕਤੀ ਮੂਰਤੀ ਤੱਕ ਨਾ ਪਹੁੰਚ ਸਕੇ ਤੇ ਕੋਈ ਵੀ ਬੇਅਦਬੀ ਇਸ ਚੌਂਕ ਤੇ ਨਾ ਹੋ ਸਕੇ। ਲੇਕਿਨ ਮੁੱਦਾ ਅੱਜ ਵੀ ਉਹੀ ਹੈ, ਇਹਦੇ ਦੋਸ਼ੀਆਂ ਨੂੰ ਕਦ ਫੜਿਆ ਜਾਏਗਾ। ਇਹ ਜਿਹੜੇ ਜੈ ਭੀਮ ਮੰਚ ਵੱਲੋਂ 51,000 ਦਾ ਇਨਾਮ ਜਿਹੜਾ ਹੈ ਅੱਜ ਰੱਖਿਆ ਗਿਆ, ਜੋ ਵੀ 2 ਵਾਰੀ ਜਿਹੜੀ ਬੇਅਦਬੀ ਬਾਬਾ ਭੀਮ ਰਾਓ ਅੰਬੇਦਕਰ ਮੂਰਤੀ ਨਾਲ ਹੋਈ ਹੈ, ਜਿਹੜਾ ਵੀ ਵਿਅਕਤੀ ਇਹਦੇ ਦੋਸ਼ੀਆਂ ਨੂੰ ਫੜ ਕੇ ਲਿਆਏਗਾ ਉਹਨਾਂ ਨੂੰ ਇਸ ਮੰਚ ਵੱਲੋਂ ਜਿਹੜਾ ਹੈ 51,000 ਰੁਪਏ ਦਾ ਇਨਾਮ ਦਿੱਤਾ ਜਾਏਗਾ। ਸਾਡੇ ਨਾਲ ਇਸ ਟਾਈਮ ਮੌਜੂਦਾ ਜੈ ਭੀਮ ਮੰਚ ਦੇ ਜਿਹੜੇ ਅਹੁਦੇਦਾਰ ਹੈ, ਜਿਹੜੇ ਸੰਗਠਨ ਵਿੱਚ ਕੰਮ ਕਰ ਰਹੇ ਹੈ, ਜਿਨ੍ਹਾਂ ਵੱਲੋਂ ਮੂਰਤੀਆਂ ਵੀ ਲਵਾਈਆਂ ਗਈਆਂ ਤੇ ਲਗਾਤਾਰ ਮੰਗ ਵੀ ਕੀਤੀ ਜਾ ਰਹੀ ਹੈ ਕਿ ਦੋਸ਼ੀ ਨੂੰ ਫੜਿਆ ਜਾਵੇ। 51,000 ਦਾ ਇਨਾਮ ਵੀ ਜਿਹੜਾ ਹੈ ਇਹਨਾਂ ਵੱਲੋਂ ਰੱਖਿਆ ਗਿਆ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਮੌਜੂਦ ਹੈ ਸੁੱਕੀ ਜੀ, ਸੁਖਵਿੰਦਰ ਸੁੱਕੀ ਜੀ। ਇਹ ਬੋਰਡ ਲਵਾਇਆ ਗਿਆ, ਚੁਣਾਵ ਨਜ਼ਦੀਕ ਹੈ, ਕਿ ਇੱਕ ਕੀ ਮਕਸਦ ਹੈਗਾ 51,000 ਰੁਪਏ ਇਨਾਮ ਦਾ? ਕਾਫੀ ਟਾਈਮ ਹੋ ਚੁੱਕਿਆ, ਲਗਭਗ ਕਈ ਸਾਲ ਬੀਤ ਚੁੱਕੇ, ਹੱਦ ਤੱਕ ਦੋਸ਼ੀਆਂ ਦਾ ਨਹੀਂ ਪਤਾ ਲੱਗਦਾ। ਪਹਿਲਾਂ ਤਾਂ ਨਿਊਜ਼ 89 ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈ ਭੀਮ ਜੈ ਭਾਰਤ। ਜਿਵੇਂ ਸੰਦੀਪ ਜੀ ਤੁਹਾਨੂੰ ਪਤਾ ਹੀ ਹੈ, ਪਿਛਲੇ 2-2.5 ਸਾਲ ਤੋਂ ਅਸੀਂ ਨਿੱਤ ਹੀ ਸੰਘਰਸ਼ ਦੇ ਵਿੱਚ ਉਤਰੇ ਪਏ ਹਾਂ ਕਿ ਜਿਹੜਾ ਇਹ ਬੇਅਦਬੀ ਹੋਈ ਹੈ ਰਾਜਪੁਰੇ, ਇਹਦੇ ਦੋਸ਼ੀਆਂ ਦਾ ਨਾ ਫੜਿਆ ਜਾਣਾ, ਜਿਹਦੇ ਨਾਲ ਸਾਡਾ ਜਿਹੜਾ ਸਮਾਜ ਹੈ ਤੇ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹ ਬੜੇ ਆਹਤ ਹੈ। ਤੇ ਇਸੇ ਕਾਰਨ ਅਸੀਂ ਬਹੁਤ ਜ਼ਿਆਦਾ ਆਹਤ ਹੋ ਗਏ। ਅਸੀਂ ਬਹੁਤ ਟਾਈਮ ਦੇਈ ਗਏ, ਸਰਕਾਰਾਂ ਪ੍ਰਸ਼ਾਸਨ ਸਾਨੂੰ ਕਿਹਾ ਹੀ ਗਿਆ ਸਾਨੂੰ 1 ਮਹੀਨੇ ਦਾ ਟਾਈਮ ਦਿਓ, 2 ਮਹੀਨੇ ਦਾ ਟਾਈਮ ਦਿਓ, ਪਰ ਅੱਜ ਜਦ ਚੁਣਾਵ ਨਜ਼ਦੀਕ ਆ ਗਏ ਹੈ ਤੇ ਅਸੀਂ ਆਪ ਮੁਹਾਰੇ, ਅਸੀਂ ਬਿਲਕੁਲ ਟੁੱਟ ਚੁੱਕੇ ਹਾਂ ਪ੍ਰਸ਼ਾਸਨ ਤੋਂ ਵੀ ਤੇ ਇੱਥੇ ਦੀ ਜਿਹੜੀ ਸੱਤਾ ਧਿਰਤੀ ਉਸ ਤੋਂ ਵੀ। ਤੇ ਹੁਣ ਅਸੀਂ ਆਪ ਮੁਹਾਰੇ ਇਸ ਮੰਚ ਵੱਲੋਂ, ਜੈ ਭੀਮ ਮੰਚ ਜਿਹੜਾ ਸਾਡਾ ਮੰਚ ਹੈ ਉਹਦੇ ਵੱਲੋਂ 51,000 ਰੁਪਏ ਦੀ ਅਸੀਂ ਨਕਦੀ ਰਾਸ਼ੀ ਰੱਖੀ ਹੈ। ਜਿਹੜਾ ਵੀ ਬੰਦਾ ਸਾਨੂੰ ਇਹ ਦੱਸੇਗਾ ਕਿ ਕਿਸ ਨੇ ਬੇਅਦਬੀ ਕਰਵਾਈ ਹੈ ਜਾਂ ਕਰੀ ਹੈ ਤੇ ਉਸ ਨੂੰ ਅਸੀਂ 51,000 ਰੁਪਏ ਦੀ ਨਕਦੀ ਰਾਸ਼ੀ ਆਪਣੇ ਵੱਲੋਂ ਦੇਵਾਂਗੇ। ਤੇ ਤੁਹਾਨੂੰ ਲੱਗਦਾ ਹੈ ਕਿ 51,000 ਦੀ ਰਾਸ਼ੀ ਜਿਹੜੀ ਰੱਖੀ ਹੈ ਤੁਸੀਂ, ਉਸ ਦੇ ਕਾਰਨ ਉਸ ਆਰੋਪੀ ਦਾ ਪਤਾ ਲੱਗ ਪਾਏਗਾ ਤੇ ਜਿਹੜਾ ਵੀ ਬੰਦਾ ਦੱਸੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਕਿ ਸਾਰਿਆਂ ਨੂੰ ਦੱਸਿਆ ਜਾਏਗਾ? ਨਹੀਂ, ਬਿਲਕੁਲ ਜਾਣਕਾਰੀ ਬਿਲਕੁਲ ਪੁਖਤਾ ਹੋਣੀ ਚਾਹੀਦੀ ਤੇ ਜਿਹੜਾ ਹੀ ਉਹਦੀ ਬੰਦੇ ਦੀ ਦੋਸ਼ੀ ਜਿਹੜਾ ਸਾਨੂੰ ਦੱਸੇਗਾ, ਜਿਹਦੇ ਵੀ ਫੋਨ ਆਏਗਾ, ਉਹ ਅਸੀਂ ਬਿਲਕੁਲ ਗੁਪਤ ਰੱਖਾਂਗੇ। ਅਸੀਂ ਬੋਰਡ ਤੇ ਵੀ ਲਿਖਿਆ ਹੋਇਆ, ਉਹਦਾ ਬਿਲਕੁਲ ਡਿਸਕਲੋਜ਼ ਨਹੀਂ ਹੋਣ ਦਿੰਦੇ, ਕਿਉਂਕਿ ਇਸ ਦੇ ਵਿੱਚ ਕहीं ਨਾ ਕहीं ਬਹੁਤ ਬੜੀ ਮਗਰਮੱਛ ਹੈ ਜਿਹੜੇ ਉਹ ਲਿਪਤ ਹੈ ਇਸ ਜਿਹੜੀ ਬੇਅਦਬੀ ਮਾਮਲੇ 'ਚ। ਅਸੀਂ ਨਹੀਂ ਚਾਹੁੰਦੇ ਸਾਡੇ ਉਸ ਭਰਾ ਨੂੰ ਕੋਈ ਖਤਰਾ ਹੋਵੇ ਜਿਹੜਾ ਸਾਨੂੰ ਉਹਦੇ ਬਾਰੇ ਦੱਸੇ, ਤਾਂ ਕਰਕੇ ਜਾਣਕਾਰੀ ਗੁਪਤ ਰੱਖੀ ਜਾਏਗੀ। ਤੇ ਅਸੀਂ ਬੜੇ ਹੀ ਜ਼ਿਆਦਾ ਜਿਹੜੇ ਧੰਨਵਾਦੀ ਹਾਂ। ਮੈਂ ਆਪਣੇ ਮੰਚ ਦੇ ਜਿਹੜੇ ਮੇਰੇ ਭਰਾ ਗੁਰਪ੍ਰੀਤ ਸਿੰਘ ਧਮੋਲੀ ਜੀ, ਯੋਗੇਸ਼ ਕੱਕੜ ਜੀ, ਬਲਜਿੰਦਰ ਸੰਧੂ ਜੀ, ਸਾਰਿਆਂ ਦਾ, ਜਿਨ੍ਹਾਂ ਨੇ ਆਪ ਮੁਹਾਰੇ, ਜਦ ਮੈਂ ਇਹਨਾਂ ਨਾਲ ਇਹ ਗੱਲ ਕਰੀ ਕਿ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ 51,000 ਦੀ ਰਕਮ ਰੱਖੋ, ਕਿਉਂਕਿ ਜਿਹੜੀ ਸਰਕਾਰਾਂ ਦੇ ਵਿੱਚ ਡਰ ਦਾ ਮਾਹੌਲ ਹੋ ਜਾਂਦਾ ਹੈ ਜਾਂ ਕੋਈ ਲੋਕ ਜਿਹੜੇ ਡਰੇ ਹੋਏ ਆ, ਹੋ ਸਕਦਾ ਕਿਸੇ ਲਾਲਚ ਦੇ ਵਿੱਚ ਆ ਕੇ ਹੀ ਤੁਹਾਨੂੰ ਦੱਸ ਦੇ। ਤੇ 51,000 ਦੀ ਜਿਹੜੀ ਰਕਮ ਹੈ ਇਹ ਸਾਡੇ 3-4 ਜਿਹੜੇ ਮੇਰੇ ਸਾਥੀ ਆ, ਮੇਰੇ ਭਰਾ ਆ, ਇਹਨਾਂ ਵੱਲੋਂ ਦਿੱਤਾ ਜਾ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਬੇਅਦਬੀ ਹੋਈ ਹੈ ਇਸ 'ਚ ਕੋਈ ਰਾਜਨੀਤਿਕ ਬੰਦਾ ਵੀ ਨਿਕਲ ਕੇ ਸਾਹਮਣੇ ਆ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ? ਇਹਦੇ ਵਿੱਚ ਸਿਰਫ ਤੇ ਸਿਰਫ ਰਾਜਨੀਤਿਕ ਬੰਦੇ ਹੀ ਲਿਪਤ ਹੈ।
ਜਿਹੜਾ ਅਸੀਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ, ਜਿਹੜਾ ਹੁਣ ਇਹ ਚਿਲਡਰਨ ਪਾਰਕ ਬਣਾਤਾ, ਜਿਸ ਦਾ ਪੂਰਾ ਹੀ ਏਜੰਡਾ ਸ਼ੁਰੂ ਤੋਂ ਬਾਅਦ ਤੋਂ 2.5 ਸਾਲ ਪਹਿਲਾਂ ਤੋਂ ਇਹ ਜਗ੍ਹਾ ਦੱਬਣ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਸੀਗਾ, ਉਹਦੇ ਵਿੱਚ ਫੁਹਾਰਾ ਬਣਾਉਣ ਦਾ ਪ੍ਰੋਸੈਸ ਆਇਆ। ਉਹਦੇ ਵਿੱਚ ਸਾਨੂੰ ਈਓ ਸਾਹਿਬ ਨੇ ਆ ਕੇ ਕਿਹਾ ਕਿ ਤੁਸੀਂ ਇੱਥੋਂ ਜਦ ਪਹਿਲੀ ਵਾਰ ਬੇਅਦਬੀ ਹੋਈ ਹੈ ਕਿ ਤੁਸੀਂ ਜਗ੍ਹਾ ਬਦਲ ਲਓ ਤੇ ਅਸੀਂ ਕਮੇਟੀ ਵੱਲੋਂ ਤੁਹਾਨੂੰ 15-16 ਲੱਖ ਰੁਪਏ ਦੇ ਦਿੰਦੇ, ਅੱਗੇ ਕਰ ਲਓ। ਇਹਦੇ ਵਿੱਚ ਸਾਫ਼ ਤੇ ਸਾਫ਼ ਰਾਜਨੀਤਿਕ ਬੰਦੇ ਇਨਵੋਲਵ ਹੈ ਇਸ ਵਿੱਚ। ਦੇਖੋ, ਮੈਂ ਇਸ ਵਿੱਚ ਸਮਾਜ ਦੀ ਵੀ ਇੱਕ ਬਹੁਤ ਵੱਡੀ ਕਮੀ ਦੇਖਦਾ। ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਸਮਾਜ ਜਿਹੜਾ ਹੈ ਮੂਰਤੀ ਲਵਾਉਣ ਤੋਂ ਬਾਅਦ ਬਿਲਕੁਲ ਸ਼ਾਂਤ ਹੋ ਕੇ ਬੈਠ ਜਾਂਦਾ ਹੈ, ਦੋਸ਼ੀਆਂ ਬਾਰੇ ਕੋਈ ਵੀ ਮਤਲਬ ਆਵਾਜ਼ ਨਹੀਂ ਚੁੱਕਦਾ? ਤੁਹਾਡੇ ਮੰਚ ਵੱਲੋਂ ਆਵਾਜ਼ ਚੁੱਕੀ ਗਈ ਹੈ, ਕੀ ਕਹਿਣਾ ਚਾਹੋਗੇ ਹੁਣ ਲੋਕਾਂ ਨੂੰ, ਕੀ ਸੰਦੇਸ਼ ਦੇਣਾ ਚਾਹੋਗੇ ਵੀ ਉਹ ਤੁਹਾਡੇ ਨਾਲ ਆ ਕੇ ਖੜਨ? ਦੇਖੋ, ਸਾਡੇ ਵੱਲੋਂ ਤਾਂ ਬਾਰ-ਬਾਰ ਸੰਘਰਸ਼ ਹੁੰਦਾ ਹੈ। ਅਸਲ 'ਚ ਗੱਲ ਕੀ ਹੈ, ਸਾਡੇ ਜਿਹੜੇ ਸਮਾਜ ਦੇ ਲੀਡਰ ਹੈ ਸਾਰੇ ਸਾਡੇ ਭਾਈ ਹੈ, ਮਗਰ ਗੱਲ ਕਿੱਥੇ ਆ ਕੇ ਫਸ ਜਾਂਦੀ ਹੈ, ਕहीं ਨਾ ਕहीं ਉਹਨਾਂ ਦੀ ਵੀ ਕੁਝ ਮਜਬੂਰੀਆਂ ਆ ਜਾਂਦੀਆਂ। ਸਰਕਾਰੀ ਨੌਕਰ ਹੋਣ ਦੇ ਨਾਤੇ ਉਹ ਸਰਕਾਰ ਖਿਲਾਫ ਉਨੀ ਖੁੱਲ੍ਹ ਕੇ ਨਹੀਂ ਚੱਲ ਸਕਦੇ। ਮਗਰ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਹੈ, ਉਹ ਇਹੀ ਗੱਲ ਕਹਿੰਦੇ ਆ ਕਿ ਅਸੀਂ ਇਲੈਕਸ਼ਨ ਦੇ ਵਿੱਚ ਇਸ ਜਿਹੜੀ ਪਾਰਟੀ ਨੂੰ ਹੈ ਸਬਕ ਸਿਖਾ ਦਾਂਗੇ ਤੇ ਇਸ ਨੂੰ ਅਸੀਂ ਬਿਲਕੁਲ ਵੋਟਿੰਗ ਨਹੀਂ ਹੋਣ ਦਿੰਦੇ। ਤਾਂ ਜਿਵੇਂ ਹਰ ਇੱਕ ਦਾ ਹੁੰਦਾ ਸਿਸਟਮ, ਅਸੀਂ ਤਾਂ ਨਿਰਪੱਖ ਬਾਬਾ ਸਾਹਿਬ ਦੇ ਬੱਚੇ ਪਹਿਲਾਂ ਜਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਬਾਅਦ 'ਚ ਹੈ, ਮਗਰ ਹਰ ਇੱਕ ਦੀ ਮਜਬੂਰੀਆਂ ਹੁੰਦੀਆਂ, ਸ਼ਾਇਦ ਉਹ ਆਪਣੀ ਮਜਬੂਰੀਆਂ ਤੋਂ। ਠੀਕ ਹੈ ਜੀ, ਇਹ ਸੀਗੇ ਸੁਖਵਿੰਦਰ ਸੁੱਖੀ ਜੀ ਨਾਲ ਆਪਾਂ ਗੱਲਬਾਤ ਕਰ ਰਹੀ। ਤੁਸੀਂ ਇਹਨਾਂ ਦੀ ਗੱਲ ਸੁਣੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ 51,000 ਦਾ ਇਨਾਮ ਰੱਖਿਆ, ਵੀ ਇਹਨਾਂ ਨੂੰ ਹੁਣ ਵੀ ਉਮੀਦ ਹੈ ਕਿ 51,000 ਦਾ ਇਨਾਮ ਰੱਖਣ ਤੇ ਬਾਅਦ ਜਿਹੜਾ ਹੈ ਦੋਸ਼ੀ ਫੜਿਆ ਜਾ ਸਕਦਾ। ਸਾਡੇ ਨਾਲ ਕੱਕੜ ਜੀ ਮੌਜੂਦ ਹੈ, ਕੀ ਕਹਿਣਾ ਚਾਹੋਗੇ ਕੱਕੜ ਜੀ, ਜਿਹੜਾ ਉਪਰਾਲਾ ਜਿਹੜਾ ਕੀਤਾ ਗਿਆ ਕਿਸ ਤਰ੍ਹਾਂ ਦਾ? ਦੇਖੋ, ਜਿਹੜਾ ਇਹ ਕੰਮ ਹੋਇਆ ਇੱਥੇ ਰਾਜਪੁਰੇ ਦੇ ਵਿੱਚ, ਇਹ ਰਾਜਪੁਰੇ ਦੀ ਹਿਸਟਰੀ 'ਚ ਪਹਿਲੀ ਵਾਰੀ ਹੋਇਆ। ਇਸ ਬੇਅਦਬੀ ਨੂੰ ਹੋਏ ਨੂੰ 2 ਸਾਲ ਹੋ ਗਏ ਹੈ। ਇੱਕ ਬੰਦਾ ਤਾਂ ਦੂਰ ਦੀ ਗੱਲ ਹੈ, ਮੈਨੂੰ ਨਹੀਂ ਲੱਗਦਾ ਕਿਸੇ ਨੇ ਕੋਈ ਪੈਰਵਾਈ ਕੀਤੀ ਹੋਏ, ਨਾ ਸਰਕਾਰਾਂ ਦੇ ਟਾਈਮ, ਨਾ ਹੁਣ, ਨਾ ਹੀ ਕੋਈ ਇਹਦੇ ਵਾਸਤੇ ਕੋਈ ਐਫਰਟ ਕਰ ਰਿਹਾ ਇਸ ਮੰਚ ਤੋਂ ਇਲਾਵਾ। ਇਹ ਸੁੱਖੀ ਨੇ ਬੜਾ ਇਸ ਚੀਜ਼ ਨੂੰ ਬਹੁਤ ਇਸ ਚੀਜ਼ ਦੀ ਪੈਰਵਾਈ ਕੀਤੀ ਹੈ। ਤੇ ਮੈਂ ਇਹੀ ਕਹਾਂਗਾ ਕਿ ਦੇਖੋ, ਹੁਣ ਤਾਂ ਇਲੈਕਸ਼ਨ ਦਾ ਟਾਈਮ ਹੈ ਨਾ ਜੀ, ਤੇ ਲੋਕਾਂ ਨੂੰ ਸ਼ਾਇਦ ਲੱਗਦਾ ਹੋਣਾ ਵੀ ਇਹ ਪਤਾ ਨਹੀਂ ਇਲੈਕਸ਼ਨਾਂ ਕਰਕੇ ਕਰ ਰਹੇ ਹੈ ਜਾਂ ਕਿਸੇ ਦੀ ਕੋਈ ਆਪਸੀ ਲਾਗ ਡਾਟ ਹੈ ਤਾਂ ਕਰਕੇ, ਲੇਕਿਨ ਐਸੀ ਕੋਈ ਗੱਲ ਨਹੀਂ ਹੈ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜੀ ਇਹ ਬੇਅਦਬੀ ਹੋਈ ਹੈ ਉਹਦਾ ਬਿਲਕੁਲ ਇਨਸਾਫ ਹੋਣਾ ਚਾਹੀਦਾ। ਜਿਹੜੇ ਲੋਕੀ ਹੈ ਚੱਕ ਕੇ ਖਿੱਚ ਕੇ ਅੰਦਰ ਗਿਰਨੇ ਚਾਹੀਦੇ ਹੈ। ਤੁਸੀਂ ਦੇਖੋ, ਪੈਸੇ ਕਿਉਂ ਰੱਖੇ ਗਏ? ਪੈਸੇ ਰੱਖਣ ਦਾ ਵੀ ਕੋਈ ਲੌਜਿਕ ਹੈ, ਇਸ ਕਰਕੇ ਕਿਉਂਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਸਾਨੂੰ ਨਹੀਂ ਪਤਾ ਕੀ ਹੈ, ਕੀ ਗੱਲ ਹੈ ਵਿੱਚ ਦੀ, ਕਿਹੜਾ ਪ੍ਰੈਸ਼ਰ ਹੈ, ਕਿਹੜਾ ਨਹੀਂ ਹੈਗਾ। ਅਸੀਂ ਤਾਂ ਹੁਣ ਇਹੀ ਚਾਹੁੰਦੇ ਹਾਂ ਕਿ ਇਹਦਾ ਇਨਸਾਫ ਹੋਣਾ ਚਾਹੀਦਾ। ਸ਼ਹਿਰ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ। ਸ਼ਹਿਰ ਦੇ ਜਿਹੜੇ ਸੈਂਸਿਟਿਵ ਜਿਹੇ ਮੁੱਦੇ ਹੈ ਇਹ ਜਲਦੀ ਹੱਲ ਹੋਣੇ ਚਾਹੀਦੇ ਹੈ, ਕਿਉਂਕਿ ਸ਼ਹਿਰ ਤਦ ਹੀ ਤਰੱਕੀ ਕਰਨੀ ਜਾਏਗਾ। ਜੇ ਆਪਾਂ ਗੱਲ ਕਰੀਏ ਰਾਜਨੀਤੀ ਦੀ, ਤਾਂ 2022 ਦੇ ਚੁਣਾਵ ਵੀ ਨਜ਼ਦੀਕ ਹੈ, ਇਲੈਕਸ਼ਨ ਕੋਡ ਵੀ ਲੱਗ ਚੁੱਕਿਆ ਹੈ ਤੇ ਜਲਦ ਹੁਣ ਇਲੈਕਸ਼ਨ ਹੋਣ ਜਾ ਰਹੇ ਹੈ। ਕੀ ਕਹਿਣਾ ਚਾਹੋਗੇ, ਕਿਹੜੇ ਮੁੱਦੇ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ? ਦੇਖੋ, ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਤਾਂ ਹੈਗਾ ਲਾਅ ਐਂਡ ਆਰਡਰ ਦਾ, ਕਿਉਂਕਿ ਦੇਖੋ ਅੱਜ ਦੀ ਡੇਟ 'ਚ ਪਬਲਿਕ ਹੈ ਨਾ ਜੀ, ਪਬਲਿਕ ਨੂੰ ਸਭ ਤੋਂ ਪਹਿਲੇ ਤਾਂ ਲਾਅ ਐਂਡ ਆਰਡਰ ਚਾਹੀਦਾ। ਤੁਸੀਂ ਦੇਖ ਲਓ, ਚੋਰੀਆਂ ਹੁੰਦੀਆਂ, ਲੁੱਟਾਂ ਖੋਹਾਂ ਹੁੰਦੀਆਂ, ਸਾਡੀ ਭੈਣਾਂ ਦੇ, ਸਾਡੀ ਮਾਤਾਵਾਂ ਤੋਂ ਚੈਨੀਆਂ ਖਿੱਚੀਆਂ ਜਾਂਦੀਆਂ। ਮੈਨੂੰ ਨਹੀਂ ਲੱਗਦਾ ਕਿ ਮੈਂ ਅੱਜ ਤੱਕ ਤੁਹਾਡੀ ਪ੍ਰੈਸ ਵੀ ਕਦੀ ਨਹੀਂ ਦੇਖਿਆ ਵੀ ਕੋਈ ਲੇਡੀਜ਼ ਜਾਂ ਕਿਸੇ ਮਾਤਾ ਤੋਂ ਚੈਨੀ ਵਾਪਸ ਕਰਾਈ ਹੋਈ, ਕਿਸੇ ਨੂੰ ਬੰਦੇ ਨੂੰ ਫੜਿਆ ਤੁਸੀਂ ਦੇਖਿਆ? ਤੁਸੀਂ ਦੱਸ ਦਿਓ ਚੌਧਰੀ ਜੀ, ਤੁਸੀਂ ਕੋਈ ਬਾਈਟ ਕੀਤੀ ਹੈ ਥੈਫਟ ਹੋਣ ਤੋਂ ਬਾਅਦ ਵੀ ਹਾਂ ਬੰਦੇ ਫੜੇ ਗਏ ਹੋਣ? ਸੋ ਇਹ ਇੱਕ ਲਾਅ ਐਂਡ ਆਰਡਰ, ਇੱਕ ਡਿਵੈਲਪਮੈਂਟ, ਇਹ ਦੋ ਮੁੱਦੇ ਬੜੇ ਜ਼ਬਰਦਸਤ ਹੈ। ਬਾਕੀ ਦੇਖੋ, ਕੋਈ ਪਾਰਟੀ, ਕੋਈ ਲੀਡਰ ਆਪਣੇ ਪਟਾਂ ਦੇ ਆਪ ਹੀ ਹੱਥ ਮਾਰੀ ਜਾਏ, ਮੈਂ ਇਹ ਕਰ ਦਾਂਗਾ, ਮੈਂ ਉਹ ਕਰ ਦਾਂਗਾ, ਇਹਦਾ ਕਹਿਣ ਦੀ ਗੱਲਾਂ ਹੈ। ਬਾਕੀ ਤਾਂ ਤੁਹਾਨੂੰ ਪਤਾ, ਅਗਰ ਮੈਂ ਬੜੀ ਸੱਚਾਈ 'ਚ ਬੋਲਾਂ ਤਾਂ ਲੁੱਟ ਦੇ ਠੇਕੇ ਹੈ। ਪਹਿਲੇ ਕੋਈ ਲੁੱਟ ਗਿਆ, ਹੁਣ ਨਵਾਂ ਆ ਜਾਏਗਾ ਠੇਕੇਦਾਰ। ਪਬਲਿਕ ਦੇ ਪੱਲੇ ਅੱਜ ਤੱਕ ਕੁਝ ਨਹੀਂ ਪਿਆ, ਪਬਲਿਕ ਨੂੰ ਤਾਂ ਮੁੱਦੇ ਹੀ ਮਿਲੇ ਹੈ। ਹੁਣ ਆਹ ਦੇਖ ਲਓ, ਖੜੇ ਹੈ, ਦੱਸੋ ਕੀ ਕਰੀਏ? ਤੁਸੀਂ ਵੀ ਸਲਾਹ ਦਿਓ ਕੀ ਕਰੀਏ। 51,000 ਰੁਪਏ ਇਨਾਮ ਰੱਖਣਾ ਪੈ ਰਿਹਾ। ਕੀ ਇਹਨਾਂ ਦਾ ਡਿਊਟੀ ਨਹੀਂ ਬਣਦੀ ਐਡਮਿਨਿਸਟ੍ਰੇਸ਼ਨ ਦੀ? ਚੱਕ ਕੇ ਬੰਦੇ ਨੂੰ ਜੇ ਚਾਹਣ ਨਾ 10 ਮਿੰਟਾਂ ਦੇ ਵਿੱਚ ਬੰਦਾ ਹਾਜ਼ਰ ਹੋ ਜਾਏ, ਖਿੱਚ ਕੇ ਧੂ ਕੇ। ਪਰਨੀਤ ਕੌਰ ਦੇ ਅਕਾਊਂਟ 'ਚੋਂ ਪੈਸੇ ਨਿਕਲੇ ਸੀ ਮਹਾਰਾਣੀ ਸਾਹਿਬ ਦੇ, ਔਰ ਵਿਦਿਨ ਆਵਰਸ ਉਹ ਬੰਦਾ ਵੀ ਟਰੇਸ ਹੋ ਗਿਆ ਸੀ ਔਰ ਬੰਦੇ ਦੇ ਪੈਸੇ ਵੀ ਮਿਲ ਗਏ ਸੀ। ਪੁਲਿਸ ਚਾਹੇ ਕੀ ਨਹੀਂ ਕਰ ਸਕਦੀ, ਤੁਸੀਂ ਦੱਸੋ? ਸੋ ਗੱਲ ਇਹ ਆ, ਹੁਣ ਵੀ ਅਸੀਂ ਪਬਲਿਕ ਨੂੰ ਵੀ ਅਸੀਂ ਇਹੀ ਕਹਾਂਗੇ ਵੀ ਜਿਹੜਾ ਇਲੈਕਸ਼ਨ ਆ ਰਿਹਾ, ਥੋੜਾ ਵੋਟ ਤੁਸੀਂ ਸੋਚ ਸਮਝ ਕੇ ਪਾਣਾ, ਠੀਕ ਹੈ ਨਾ? ਕਿਉਂਕਿ ਪਬਲਿਕ ਦਾ ਪੈਸਾ ਲੁੱਟਿਆ ਜਾ ਰਿਹਾ। ਇਹ ਹਿਸਟਰੀ ਹੈ ਸਾਡੀ ਕੰਟਰੀ ਦੀ। ਜਿਹੜਾ ਆਂਦਾ, ਤੁਸੀਂ ਮੈਨੂੰ ਇੱਕ ਲੀਡਰ ਦਿਖਾ ਦਿਓ ਜਿਹਨੇ ਆਪਣੇ ਅਕਾਊਂਟ ਦੇ ਵਿੱਚੋਂ ਵਿਡਰੋਲ ਕੀਤੀ ਹੋਏ ਪਬਲਿਕ ਦੀ ਫੇਵਰ ਦੇ ਵਿੱਚ, ਜਾਂ ਕਿਸੇ ਸੜਕ ਤੇ ਪੈਸਾ ਲਾਇਆ ਹੋਇਆ, ਕਿਤੇ ਲਾਇਆ ਹੋਏ, ਪਬਲਿਕ ਦਾ ਪੈਸਾ ਲੱਗ ਰਿਹਾ, ਮਿਸਯੂਜ਼ ਹੋ ਰਿਹਾ ਪਬਲਿਕ ਦਾ। ਆਹ ਕਮੇਟੀਆਂ ਦੇ ਵਿੱਚ ਤੁਸੀਂ ਦੇਖ ਲਓ, ਪੈਸਾ ਲੱਗਦਾ ਹੈ, ਕਿਹੜੇ ਬੰਦੇ ਨੂੰ ਨਹੀਂ ਪਤਾ ਕਮਿਸ਼ਨ ਨਹੀਂ ਖਾਈ ਜਾਂਦੀ ਜੀ। ਚਾਹੇ 10 ਪੈਸੇ 20 ਪੈਸੇ ਹਰ ਇੱਕ ਠੇਕੇ 'ਚ ਪੈਸੇ ਖਾਏ ਜਾਂਦੇ ਆ। ਕਦੀ ਪਬਲਿਕ ਨੂੰ ਕਲੈਰਿਟੀ ਵਾਲਾ ਸਿਸਟਮ ਮਿਲਿਆ? ਕਦੀ ਨਹੀਂ ਮਿਲਿਆ। ਸੋ ਮੈਂ ਤਾਂ ਇਹੀ ਕਹਾਂਗਾ, ਹੁਣ ਵੋਟ ਪਾਣੀ ਹੈ, ਪਾਰਟੀਆਂ ਨੂੰ ਵੀ ਜਰਾ ਨਾ
ਉਹ ਕਹਿੰਦੇ ਆ ਨਾ ਵੀ ਛੰਨਣੀ 'ਚ ਛਾਣ ਲਓ ਕਿਹੜਾ ਬੰਦਾ ਕਿਵੇਂ ਹੈ, ਠੀਕ ਹੈ ਕੌਣ ਕੀ ਕਰੂਗਾ। ਠੀਕ ਹੈ ਕੀ ਕਹਿਣਾ ਚਾਹੋਗੇ ਸੰਧੂ ਜੀ? ਅੱਜ ਤੁਸੀਂ ਉਰੇ ਇਕੱਠੇ ਹੋਏ ਹੋ, ਬੋਰਡ ਲੱਗਿਆ 51000 ਰੁਪਏ ਇਨਾਮ ਦਾ। ਬੇहद ਸ਼ਰਮ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਜਿਹੜਾ 2 ਸਾਲਾਂ ਤੋਂ ਪਿਛਲੇ ਲਗਾਤਾਰ ਫੇਲ ਆ ਰਿਹਾ। ਅੱਜ ਸਾਨੂੰ ਮਜਬੂਰਨ ਸਾਡੇ ਜੈ ਭੀਮ ਮੰਚ ਵੱਲੋਂ 51000 ਦਾ ਨਾਮ ਰੱਖ ਕੇ ਦੋਸ਼ੀਆਂ ਦੀ ਭਾਲ ਕਰਨੀ ਪੈ ਰਹੀ ਹੈ। ਜੇ ਚਾਹਵੇ ਪ੍ਰਸ਼ਾਸਨ ਤਾਂ ਸਭ ਕੁਝ ਕਰ ਸਕਦਾ ਹੈ। ਜਿਵੇਂ ਮੇਰੇ ਵੀਰ ਜੀ ਨੇ ਉਦਾਹਰਨ ਦਿੱਤੀ, ਮਹਾਰਾਣੀ ਪ੍ਰਨੀਤ ਕੌਰ ਦੇ ਪੈਸੇ ਕੁਝ ਘੰਟਿਆਂ 'ਚ ਦੋਸ਼ੀ ਫੜੇ ਜਾਂਦੇ ਹਨ, ਪਰ ਪਿਛਲੇ 2 ਸਾਲਾਂ ਤੋਂ ਤਕਰੀਬਨ ਸਮਾਂ ਬੀਤ ਚੱਲਿਆ, ਪਰ ਅੱਜ ਤੱਕ ਦੋਸ਼ੀਆਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਹ ਬੇहद ਸ਼ਰਮ ਵਾਲੀ ਗੱਲ ਹੈ ਵੀ ਸਾਡਾ ਸੰਵਿਧਾਨ ਰਚੇਤਾ ਅੱਜ ਖੁਦ ਇਨਸਾਫ ਦੀ ਉਡੀਕ ਕਰ ਰਹੇ ਤੁਹਾਨੂੰ ਨੇ। ਲੱਗਦਾ ਹੈ ਵੀ 51000 ਦਾ ਇਨਾਮ ਰੱਖਣ ਤੋਂ ਬਾਅਦ ਦੋਸ਼ੀ ਫੜੇ ਜਾਣਗੇ? ਬਿਲਕੁਲ ਹੋ ਸਕਦਾ ਹੈ। ਜੇ ਕਿਸੇ ਨੂੰ ਵੀ ਇਸ ਬੇਅਦਬੀ ਬਾਰੇ ਕੋਈ ਵੀ ਜਾਣਕਾਰੀ ਹੋਈ ਤਾਂ ਉਹ ਸਾਡੇ ਨਾਲ ਸੰਪਰਕ ਕਰੇਗਾ ਔਰ ਉਹਦੀ ਜਾਣਕਾਰੀ ਗੁਪਤ ਰੱਖੀ ਜਾਏਗੀ। ਠੀਕ ਹੈ ਜੀ। ਤਮੋਲੀ ਜੀ ਸਾਡੇ ਨਾਲ ਮੌਜੂਦ ਹੈ। ਤਮੋਲੀ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਵੀ ਇਹਨਾਂ ਦੇ ਨਾਲ ਇਸ ਟਾਈਮ ਮੌਜੂਦ ਹੋ, ਮੰਚ ਦੇ ਨਾਲ ਜੁੜੇ ਹੋਏ ਹੋ, ਤੁਸੀਂ 51000 ਬਿਲਕੁਲ। ਦਾ ਨਾਮ ਰੱਖਿਆ, ਤੁਸੀਂ ਕੀ ਕਹਿਣਾ ਚਾਹੁੰਦੇ? ਡਾਕਟਰ ਅੰਬੇਦਕਰ ਜੀ ਇਕੱਲੇ ਦਲਿਤ ਸਮਾਜ ਦੇ ਆਗੂ ਨਹੀਂ ਸੀ, ਉਹ ਸਾਰੇ ਧਰਮਾਂ ਦੇ, ਸਾਰੀਆਂ ਜਾਤਾਂ ਪਾਤਾਂ ਦੇ ਆਗੂ ਸੀ। ਅੱਜ ਅਸੀਂ ਦਲਿਤ ਆਗੂ ਸੁਖਜਿੰਦਰ ਸੁਖੀ ਜੀ ਨਾਲ ਖੜੇ ਹਾਂ। ਅਸੀਂ ਜਿਹੜੇ 4 ਬੰਦੇ ਮੇਨ ਖੜੇ ਹਾਂ, ਚਾਰੇ ਸਾਡੇ ਅਲੱਗ-ਅਲੱਗ ਜਾਤਾਂ ਤੋਂ ਹੈ, ਅਲੱਗ-ਅਲੱਗ ਸਮਾਜ ਤੋਂ ਨੇ, ਤੇ ਸੁਖੀ ਜੀ ਨਾਲ ਅਸੀਂ ਮਤਲਬ ਕਿ ਸਾਰੇ ਅਲੱਗ-ਅਲੱਗ ਇਹਨਾਂ ਦੀ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਸਾਰੀਆਂ ਜਾਤਾਂ ਪਾਤਾਂ ਨੂੰ ਨਾਲ ਲੈ ਕੇ ਦਲਿਤ ਸਮਾਜ ਦੀ ਜਿਹੜੀ ਅਗਵਾਈ ਕਰ ਰਹੇ ਹਾਂ, ਪਹਿਲਾਂ ਤਾਂ ਧੰਨਵਾਦੀ ਹਾਂ। ਦੂਜਾ, ਸਾਨੂੰ ਅੱਜ ਬੜੀ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਸੀ, ਜੇ ਅੱਜ ਉਹਨਾਂ ਨੂੰ ਇਨਸਾਫ ਨਹੀਂ ਮਿਲ ਪਾ ਰਿਹਾ ਤਾਂ ਆਪਾਂ ਕੀ ਸੋਚਦੇ ਹਾਂ? ਜਿਹੜੀ ਆਮ ਜਨਤਾ ਦੇ ਨਾਲ ਰੋਜ਼ ਚੋਰੀ ਠੱਗੀ, ਰੋਜ਼ ਚੈਨੀਆਂ ਖੋਈਆਂ ਜਾ ਰਹੀਆਂ, ਜੋ ਐਕਟਿਵਾ ਚੋਰੀ, ਮੋਟਰਸਾਈਕਲ ਚੋਰੀ, ਜੀਪਾਂ ਚੋਰੀ, ਹੋਰ ਕ੍ਰਾਈਮ ਹੋ ਰਹੇ ਆ, ਉਹਨਾਂ ਨੂੰ ਗਰੀਬਾਂ ਨੂੰ ਤਾਂ ਕੋਈ, ਉਹਨਾਂ ਦੀ ਤਾਂ ਕੋਈ ਕੰਪਲੇਂਟ ਹੀ ਨਹੀਂ ਲਿਖਦਾ, ਕੋਈ FIR ਦਰਜ ਨਹੀਂ ਹੁੰਦੀ। ਬਾਕੀ ਤੁਸੀਂ ਸੋਚੋ ਵੀ ਜਿਹੜਾ ਸਿਰਫ ਇਹਨਾਂ ਨੂੰ ਜਿਹੜੇ ਸਿਆਸੀ VIP ਲੋਕ ਹੈ, ਜਿਹੜੇ ਰਾਜੇ ਮਹਾਰਾਜਿਆਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਆ, ਉਹਨਾਂ ਦੀਆਂ ਕੋਈ ਕ੍ਰਾਈਮ ਹੋ ਜੇ, ਛੋਟੀ ਮੋਟੀ ਠੱਗੀ, ਉਹ ਤਾਂ ਇਹਨਾਂ ਦੀ ਘੰਟਿਆਂ 'ਚ ਹੱਲ ਹੋ ਜਾਂਦੀ ਹੈ। ਚਾਹੇ ਰਾਜਸਥਾਨ ਤੋਂ ਬੰਦੇ ਕਹਿੰਦੇ ਨੇ ਫੜ ਕੇ ਲਿਆਉਣੇ ਪੈਣ, ਤੇ ਜਿਹੜੇ ਸਾਡੇ ਪੂਰੇ ਦੇਸ਼ ਦੇ ਨੇਤਾ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਬਣਾਇਆ, ਤੇ ਉਹਨਾਂ ਦਾ ਕਹਿੰਦੇ ਨੇ 2 ਵਾਰੀ ਇੱਥੇ ਨਿਰਾਦਰ ਕਰ ਦਿੱਤਾ ਗਿਆ, ਸਮਾਜ ਵੱਲੋਂ ਵੀ ਲਾਇਆ ਗਿਆ, ਬਾਕੀ ਸਮਾਜ ਨੇ ਵੀ ਨਾਲ ਤਾਂ ਸਹਿਯੋਗ ਦਿੱਤਾ, ਪਰ 2 ਵਾਰੀ FI ਹੋਣ ਦੇ ਬਾਵਜੂਦ ਹਜੇ ਤੱਕ ਕੋਈ ਵੀ ਹੋਇਆ। ਹੁਣ ਅਖੀਰ ਹਾਰ ਥੱਕ ਕੇ ਬਹੁਤ ਮਤਲਬ ਕੀ ਹੈ, ਤੁਸੀਂ ਸਮਝੋਗੇ ਸਾਨੂੰ ਕੋਈ ਸ਼ੌਂਕ ਥੋੜ੍ਹੀ ਹੈ ਪੈਸੇ ਦੇ ਕੇ ਅਗਲੇ ਨੂੰ, ਇਹ ਪੁਲਿਸ ਦਾ ਕੰਮ ਹੈ ਜਾਂ ਸਰਕਾਰ ਦਾ ਕੰਮ ਹੈ। ਇਹ ਦਲਿਤ ਮੰਚ ਜਿਹੜਾ ਬਣਾਇਆ ਸੁਖਜਿੰਦਰ ਸੁਖੀ ਜੀ ਨੇ, ਤੇ ਉਹਦੇ ਥਰੂ ਅਸੀਂ ਹੁਣ ਇੱਕ ਇਨਾਮ ਰੱਖਿਆ 51000 ਦਾ, ਵੀ ਜਿਹੜਾ ਸਾਨੂੰ ਜਾਣਕਾਰੀ ਦੇਗਾ ਅਸੀਂ ਉਹਦਾ ਨਾਂ ਵੀ ਗੁਪਤ ਰੱਖਾਂਗੇ ਤੇ ਉਹਨੂੰ 51000 ਦਾ ਇਨਾਮ ਦੇਵਾਂਗੇ ਕਿ ਸ਼ਾਇਦ ਸਾਨੂੰ ਇਸ 'ਚ ਸਫਲਤਾ ਮਿਲ ਸਕੇ। ਸੁਖੀ ਜੀ, ਆਖਿਰ ਦੇ ਵਿੱਚ ਕੀ ਕਹਿਣਾ ਚਾਹੋਗੇ? ਹੋਰ ਤੁਸੀਂ ਕੁਝ ਅਪੀਲ ਕਰਨਾ ਚਾਹੋਗੇ? ਇੱਕ ਅਸੀਂ ਸਾਰੇ ਲੋਕਾਂ ਨੂੰ ਜਿਨ੍ਹਾਂ ਦਾ ਆਸਥਾ ਹੈ, ਪਿਆਰ ਹੈ ਬਾਬਾ ਸਾਹਿਬ 'ਚ ਰੱਖਦੇ ਹਾਂ, ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਜਿਹੜਾ ਇਹ ਬੈਨਰ ਹੈ, ਜਿਹੜਾ ਬੰਦਾ ਲਵਾਉਣਾ ਚਾਹੇ ਸਾਨੂੰ ਸੰਪਰਕ ਕਰੇ, ਤੇ ਅਸੀਂ ਉਹਨਾਂ ਦੇ ਮਹੱਲਿਆਂ 'ਚ, ਘਰਾਂ 'ਚ ਜਿਸ ਤਰ੍ਹਾਂ ਵੀ ਹੋ ਸਕਿਆ ਅਸੀਂ ਲਵਾਵਾਂਗੇ। ਤੇ ਜ਼ਿਆਦਾ ਤੋਂ ਜ਼ਿਆਦਾ ਇਸ ਚੀਜ਼ ਨੂੰ ਵਾਇਰਲ ਕਰੋ ਕਿ ਜਿੰਨਾ ਜੇ ਜ਼ਿਆਦਾ ਫੈਲੇਗਾ, ਜਿੰਨੇ ਲੋਕਾਂ ਦੀ ਨਿਗਾਹ 'ਚ ਪਏਗੀ, ਉਨੇ ਹੀ ਚਾਂਸ ਵੱਧ ਹੁੰਦੇ ਆ ਕਿ ਸਾਨੂੰ ਦੋਸ਼ੀ ਫੜਿਆ ਜਾਏ। ਤੇ ਜੇ ਉਹ ਬਾਬਾ ਸਾਹਿਬ ਨੂੰ ਪਿਆਰ ਕਰਦਾ, ਉਹ ਇਸ ਖਬਰ ਨੂੰ ਤੇ ਇਸ ਜਿਹੜੀ ਗੱਲ ਹੈ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਚਲੋ ਜੀ, ਇਹ ਸੀਗੇ ਸੁਖਵਿੰਦਰ ਸੁਖੀ ਜੀ। ਮੈਂ ਤੁਹਾਨੂੰ ਖਬਰ ਜਿਹੜਾ ਹੈ ਸਮਾਪਤ ਖਤਮ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸ ਦੇਵਾਂ ਕਿ ਅਸੀਂ ਰਾਜਪੁਰਾ ਦੇ ਡਾਕਟਰ ਭੀਮ ਰਾਓ ਅੰਬੇਦਕਰ ਚੌਂਕ ਦੇ ਵਿੱਚ ਖੜੇ ਸੀ, ਜਿੱਥੇ ਕਿ ਬਾਬਾ ਸਾਹਿਬ ਦੀ ਮੂਰਤੀ 2 ਵਾਰ ਜਿਹੜੀ ਹੈ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਖੰਡਿਤ ਕੀਤੀ ਗਈ ਸੀ, ਤੇ ਅਜੇ ਤੱਕ ਜਿਹੜਾ ਦੋਸ਼ੀਆਂ ਦਾ ਪਤਾ ਨਹੀਂ ਲੱਗ ਪਾਇਆ ਸੀਗਾ। ਤੇ ਅੱਜ ਉਸੇ ਨੂੰ ਲੈ ਕੇ ਜਿਹੜਾ ਹੈ ਇਹ ਜੈ ਭੀਮ ਮੰਚ ਵੱਲੋਂ 51000 ਦਾ ਇਨਾਮ ਰੱਖ ਕੇ ਉਸ ਦੋਸ਼ੀ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਏਗਾ ਕਿ ਕਿਆ ਇਸ ਬੋਰਡ ਲੱਗਣ ਤੋਂ ਬਾਅਦ ਪ੍ਰਸ਼ਾਸਨ ਜਾਗਦਾ ਹੈ, ਕਿਆ ਲੋਕ ਜਾਗਦੇ ਹੈ, ਜਾਂ ਇਹ 51000 ਦੀ ਲਾਲਚ 'ਚ ਕੋਈ ਵੀ ਵਿਅਕਤੀ ਜਾਂ ਕੋਈ ਵੀ ਜਿਸ ਨੂੰ 51000 ਦੀ ਲੋੜ ਹੈ ਔਰ ਉਸ ਨੂੰ ਇਹ ਪਤਾ ਕਿ ਇਹਦੇ ਦੋਸ਼ੀ ਕੌਣ ਸੀਗੇ, ਕਿਆ ਦੋਸ਼ੀ ਆਉਣ ਵਾਲੇ ਦਿਨਾਂ ਦੇ ਵਿੱਚ ਫੜਿਆ ਜਾਂਦਾ ਹੈ ਕਿ ਨਹੀਂ, ਇਹ ਦੇਖਣਾ ਹੋਏਗਾ। ਕੈਮਰਾਮੈਨ ਮੋਹਿਤ ਦੇ ਨਾਲ ਸੰਦੀਪ ਚੌਧਰੀ, ਨਿਊਜ਼ 18 ਪੰਜਾਬ।